Hello students, in this lecture we discuss features of Indian economy as a mixed economy and features of Indian economy as a planned developing economy. Now first we discuss features of Indian economy as a mixed economy. Lord Keynes ਦੇ ਅਕੋਰਡਿੰਗ ਜਿਹੜੀ ਇੰਡੀਅਨ ਇਕੋਨਮੀ ਹੈ ਇੱਕ ਮਿਕਸਡ ਇਕੋਨਮੀ ਹੈ। ਇਸ ਵਿੱਚ ਕੈਪੀਟਲਿਜ਼ਮ ਅਤੇ ਸੋਸ਼ਲਿਜ਼ਮ ਦੋਨਾਂ ਦੇ ਮੈਰਿਟਸ ਪਾਏ ਜਾਂਦੇ ਆ। ਇਨ ਦਿਸ ਕਾਈਂਡ ਆਫ ਇਕੋਨਮੀ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੋਨੇ ਇਕਨੋਮਿਕ ਗਰੋਥ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਆ। ਇੰਡੀਅਨ ਇਕੋਨਮੀ ਇੱਕ ਮਿਕਸਡ ਇਕੋਨਮੀ ਆ। ਇਸਦੇ ਮੇਨ ਫੀਚਰਸ ਕੀ ਆ ਐਜ਼ ਏ ਮਿਕਸਡ ਇਕੋਨਮੀ? ਫਸਟ ਵਨ ਇਜ਼ ਪਬਲਿਕ ਸੈਕਟਰ। ਅਕੋਰਡਿੰਗ ਟੂ ਇੰਡਸਟਰੀਅਲ ਪੋਲਿਸੀ 1991 ਜਿਹੜੀਆਂ ਇੰਡਸਟਰੀਜ਼ ਰਿਜ਼ਰਵ ਸੀ ਫॉर ਪਬਲਿਕ ਸੈਕਟਰ ਦੇ ਲਈ ਉਹਨਾਂ ਨੂੰ ਘਟਾ ਕੇ ਸਿਰਫ 2 ਕਰ ਦਿੱਤਾ ਗਿਆ। ਫਸਟ ਵਨ ਇਜ਼ ਆਟੋਮਿਕ ਐਨਰਜੀ ਐਂਡ ਸੈਕਿੰਡ ਇਜ਼ ਰੇਲਵੇ। ਜਿਹੜੀਆਂ ਬਾਕੀ ਸਾਰੀਆਂ ਇੰਡਸਟਰੀਆਂ ਸੀਗੀਆਂ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਦੇ ਲਈ ਓਪਨ ਕਰ ਦਿੱਤਾ ਗਿਆ। ਉਸ ਤੋਂ ਇਲਾਵਾ ਕਿ ਰੇਲਵੇਜ਼ ਦੀ ਜਿਹੜੇ ਸਮ ਕੀ ਇਨਫਰਾਸਟਰਕਚਰ ਕੰਪੋਨੈਂਟ ਸੀ ਲਾਈਕ ਹਾਈ ਸਪੀਡ ਟ੍ਰੇਨ ਪ੍ਰੋਜੈਕਟਸ ਹੋ ਗਿਆ, ਰੇਲਵੇ ਇਲੈਕਟ੍ਰੀਫਿਕੇਸ਼ਨਸ ਹੋ ਗਿਆ, ਮਾਸ ਰੈਪਿਡ ਟਰਾਂਸਪੋਰਟ ਸਿਸਟਮ ਹੋ ਗਿਆ, ਉਹਨਾਂ ਨੂੰ ਵੀ ਪ੍ਰਾਈਵੇਟ ਸੈਕਟਰ ਦੇ ਲਈ ਓਪਨ ਕਰ ਦਿੱਤਾ ਗਿਆ। ਸੈਕਿੰਡ ਪੁਆਇੰਟ ਇਜ਼ ਲਾਇਸੈਂਸਡ ਸੈਕਟਰ। ਇੰਡਸਟਰੀਅਲ ਪੋਲਿਸੀ ਤੋਂ ਪਹਿਲਾਂ ਜਿਹੜਾ ਜ਼ਿਆਦਾਤਰ ਇੰਡਸਟਰੀ ਸੀ ਉਹਨਾਂ ਨੂੰ ਸੈਟਅਪ ਕਰਨ ਦੇ ਲਈ ਇੱਕ ਲਾਇਸੈਂਸ ਲੈਣਾ ਪੈਂਦਾ ਸੀ ਬਟ ਇੰਡਸਟਰੀਅਲ ਪੋਲਿਸੀ ਤੋਂ ਬਾਅਦ ਜਿਹੜਾ ਲਾਇਸੈਂਸ ਪ੍ਰੋਵੀਜ਼ਨ ਉਹ ਬਹੁਤ ਜ਼ਿਆਦਾ ਲਿਬਰਲ ਕਰ ਦਿੱਤਾ ਗਿਆ। ਹੁਣ ਸਿਰਫ ਓਨਲੀ 5 ਇੰਡਸਟਰੀਜ਼ ਆ ਜਿਹੜੀਆਂ ਕਿ ਲਾਇਸੈਂਸ ਦੇ ਅੰਡਰ ਆਉਂਦੀਆਂ ਜਿਨ੍ਹਾਂ ਨੂੰ ਸੈਟਅਪ ਕਰਨ ਦੇ ਲਈ ਪਹਿਲਾਂ ਲਾਇਸੈਂਸ ਲੈਣਾ ਪੈਂਦਾ। ਉਹ ਇੰਡਸਟਰੀਜ਼ ਕਿਹੜੀ ਨੇ? ਫਸਟ ਵਨ ਇਜ਼ ਐਲਕੋਹਲਿਕ ਪ੍ਰੋਡਕਟਸ ਹੋ ਗਏ, ਤੰਬਾਕੂ ਪ੍ਰੋਡਕਟਸ ਹੋ ਗਏ, ਡਿਫੈਂਸ ਇਕੁਇਪਮੈਂਟਸ, ਇੰਡਸਟਰੀਅਲ ਐਕਸਪਲੋਜ਼ਿਵ ਹੋ ਗਿਆ ਐਂਡ ਹੈਜ਼ਰਡਸ ਕੈਮੀਕਲ। ਇਹਨਾਂ 5 ਇੰਡਸਟਰੀ ਨੂੰ ਸੈਟਅਪ ਕਰਨ ਦੇ ਲਈ ਪਹਿਲਾਂ ਲਾਇਸੈਂਸ ਲੈਣਾ ਪੈਂਦਾ ਹੈ। ਥਰਡ ਪੁਆਇੰਟ ਇਜ਼ ਪ੍ਰਾਈਵੇਟ ਸੈਕਟਰ। ਸਿਰਫ 2 ਇੰਡਸਟਰੀਜ਼ ਨੂੰ ਛੱਡ ਕੇ ਜਿਹੜੀਆਂ ਕਿ ਆਟੋਮਿਕ ਐਨਰਜੀ ਸੀ ਅਤੇ ਰੇਲਵੇਜ਼ ਨੂੰ ਪਬਲਿਕ ਸੈਕਟਰ ਹੀ ਸੈਟਅਪ ਕਰ ਸਕਦਾ ਸੀ। ਬਾਕੀ ਜਿਹੜੀਆਂ ਸਾਰੀਆਂ ਇੰਡਸਟਰੀ ਸੀ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਦੇ ਲਈ ਓਪਨ ਕਰ ਦਿੱਤਾ ਸੀ। ਪੂਅਰ ਅਤੇ ਜਿਹੜੇ ਮਿਡਲ ਕਲਾਸ ਲੋਕ ਸੀ ਉਹਨਾਂ ਦੇ ਵੈਲਫੇਅਰ ਲਈ ਅਤੇ ਇਕਨੋਮਿਕ ਡਿਵੈਲਪਮੈਂਟ ਦੇ ਲਈ ਦੇਸ਼ ਦੀ ਇਕਨੋਮਿਕ ਡਿਵੈਲਪਮੈਂਟ ਦੇ ਲਈ ਗਵਰਨਮੈਂਟ ਨੇ 3 ਮੈਜਰਸ ਅਡੋਪਟ ਕੀਤੇ ਸੀ ਪ੍ਰਾਈਵੇਟ ਸੈਕਟਰ ਨੂੰ ਕੰਟਰੋਲ ਕਰਨ ਲਈ। ਫਸਟ ਵਨ ਇਜ਼ ਇੰਡਸਟਰੀਜ਼ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1951। ਇਸ ਐਕਟ ਦੇ ਅਕੋਰਡਿੰਗ ਜਿਹੜੀ ਗਵਰਨਮੈਂਟ ਪ੍ਰਾਈਵੇਟ ਸੈਕਟਰ ਨੂੰ ਇਸ ਮੈਨਰ ਦੇ ਨਾਲ ਕੰਟਰੋਲ ਕਰਦੀ ਸੀ ਕਿ ਉਹ ਜਿਹੜੇ ਪੂਅਰ ਪੀਪਲ ਹੋ ਗਏ ਅਤੇ ਲੇਬਰਸ ਹੋ ਗਏ ਉਹਨਾਂ ਨੂੰ ਐਕਸਪਲੋਇਟ ਨਾ ਕਰ ਸਕੇ ਫੋਰ ਆਪਣੇ ਬੈਨੀਫਿਟਸ ਦੇ ਲਈ। ਸੈਕਿੰਡ ਪੁਆਇੰਟ ਇਜ਼ ਡਿਵੈਲਪਮੈਂਟ ਆਫ ਕੋਆਪਰੇਟਿਵ ਸੈਕਟਰ। ਇਕਨੋਮਿਕ ਡਿਵੈਲਪਮੈਂਟ ਪੂਅਰ ਕਲਾਸ ਅਤੇ ਮਿਡਲ ਕਲਾਸ ਜਿਹੜੇ ਪਰਸਨ ਉਹਨਾਂ ਦੇ ਇਕਨੋਮਿਕ ਡਿਵੈਲਪਮੈਂਟ ਲਈ ਕੋਆਪਰੇਟਿਵ ਸੈਕਟਰ ਦਾ ਸੈਟਅਪ ਕੀਤਾ ਗਿਆ। ਥਰਡ ਪੁਆਇੰਟ ਇਜ਼ ਪ੍ਰੋਡਕਸ਼ਨ ਰਿਜ਼ਰਵਡ ਫੋਰ ਸਮਾਲ ਸਕੇਲ ਇੰਡਸਟਰੀਜ਼। ਅਨਐਮਪਲੋਇਮੈਂਟ ਨੂੰ ਰਿਮੂਵ ਕਰਨ ਦੇ ਲਈ ਅਤੇ ਵੈਲਥ ਅਤੇ ਇਨਕਮ ਦੀ ਡਿਸਟਰੀਬਿਊਸ਼ਨ ਵਿੱਚ ਇਨਇਕੁਐਲਿਟੀ ਨੂੰ ਖ਼ਤਮ ਕਰਨ ਦੇ ਲਈ ਗਵਰਨਮੈਂਟ ਐਨਕਰੇਜਮੈਂਟ ਕਰਦੀ ਸੀਗੀ ਸਮੋਲ ਅਤੇ ਕਾਟੇਜ ਇੰਡਸਟਰੀਜ਼ ਦੇ ਡਿਵੈਲਪਮੈਂਟ ਨੂੰ। ਸਮੋਲ ਸਕੇਲ ਦੀ ਜਿਹੜੀ ਇੰਡਸਟਰੀ ਸੀ ਉਹਨਾਂ ਦੇ ਡਿਵੈਲਪਮੈਂਟ ਨੂੰ ਇਨਕਰੇਜ ਕੀਤਾ ਜਾਂਦਾ ਸੀਗਾ। ਨੈਕਸਟ ਇਜ਼ ਫੀਚਰਸ ਆਫ ਇੰਡੀਅਨ ਇਕੋਨਮੀ ਐਜ਼ ਏ ਪਲੈਨ ਡਿਵੈਲਪਿੰਗ ਇਕੋਨਮੀ ਔਰ ਪ੍ਰੈਜ਼ੈਂਟ ਟ੍ਰੈਂਡਸ ਇਨ ਇੰਡੀਅਨ ਇਕੋਨਮੀ। Under the dynamic leadership of late Prime Minister Jawaharlal Nehru, India has adopted the path of economic planning in order to achieve the goal of rapid economic development. ਇੰਡੀਆ ਦੇ ਵਿੱਚ ਆਫਟਰ ਇੰਡੀਪੈਂਡੈਂਸ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਦੇ ਲੀਡਰਸ਼ਿਪ ਦੇ ਵਿੱਚ ਇੰਡੀਆ ਵਿੱਚ 5 ਈਅਰ ਪਲਾਨਸ ਨੂੰ ਅਡੋਪਟ ਕੀਤਾ ਗਿਆ। ਇੰਡੀਆ ਦੇ ਵਿੱਚ ਹੁਣ ਤੱਕ 12 5 ਈਅਰ ਪਲਾਨ ਨੂੰ ਅਡੋਪਟ ਕਰ ਚੁੱਕੇ ਆ ਜਿਸ ਦੇ ਅਕੋਰਡਿੰਗ ਤਾਂ ਜੋ ਇੰਡੀਆ ਇਕਨੋਮਿਕ ਗਰੋਥ ਨੂੰ ਕੰਟਰੀ ਦੀ ਇਕਨੋਮਿਕ ਗਰੋਥ ਨੂੰ ਡਿਵੈਲਪ ਕਰ ਸਕੇ। ਫਸਟ ਪੁਆਇੰਟ ਇਜ਼ ਇਕਨੋਮਿਕ ਡਿਵੈਲਪਮੈਂਟ ਔਰ ਇਨਕਰੀਜ਼ ਇਨ ਨੈਸ਼ਨਲ ਇਨਕਮ। ਨੈਸ਼ਨਲ ਇਨਕਮ ਦੇ ਵਿੱਚ ਅਗਰ ਇਨਕਰੀਜ਼ ਹੁੰਦਾ ਆ ਦੈਟ ਮੀਨਸ ਕਿ ਉਸ ਦੇ ਨਾਲ ਦੇਸ਼ ਦੀ ਜਿਹੜੀ ਇਕਨੋਮਿਕ ਡਿਵੈਲਪਮੈਂਟ ਵੀ ਹੁੰਦਾ ਆ। ਬਟ ਡਿਊਰਿੰਗ ਦਾ ਇਕਨੋਮਿਕ ਪਲੈਨਿੰਗ ਤੋਂ ਪਹਿਲਾਂ ਦੇ ਪੀਰੀਅਡ ਜਿਹੜਾ ਨੈਸ਼ਨਲ ਇਨਕਮ ਦੇ ਵਿੱਚ ਰੇਟ ਆਫ ਗਰੋਥ ਸੀ ਉਹ ਜਸਟ 0.5% ਸੀ। ਬਟ 5 ਈਅਰ ਪਲਾਨਸ ਦੇ ਡਿਊਰਿੰਗ ਜਿਹੜੀ ਨੈਸ਼ਨਲ ਇਨਕਮ ਵਿੱਚ ਇਨਕਰੀਜ਼ ਰੇਟ ਸੀਗਾ ਐਵਰੇਜ ਰੇਟ ਆਫ ਗਰੋਥ ਸੀ ਉਹ 5.1% ਸੀ ਪਰ ਐਨੂਅਲ।
2007 ਤੇ 8 ਵਿੱਚ ਜਿਹੜੀ ਗਰੋਥ ਰੇਟ ਸੀ ਉਹ 9.1% ਸੀ ਡਿਊ ਟੂ ਇਕਨੋਮਿਕ ਸਲੋ ਡਾਊਨ। 2008 ਤੇ 9 ਵਿੱਚ ਰੇਟ ਆਫ ਇਕਨੋਮਿਕ ਗਰੋਥ ਘੱਟ ਕੇ 6.7% ਰਹਿ ਗਈ। ਬਟ 2018 ਐਂਡ 19 ਦੇ ਵਿੱਚ ਜਿਹੜੀ ਐਕਸਪੈਕਟਡ ਗਰੋਥ ਰੇਟ ਇਨ ਨੈਸ਼ਨਲ ਇਨਕਮ ਸੀ ਉਹ ਕਿੰਨੀ ਸੀ 6.8%। that means कि after adopting 5 year plans ਜਿਹੜੀ economic growth rate of national income ਸੀ ਉਹ increase ਹੋ ਗਈ 5 year plans ਤੋਂ ਪਹਿਲਾਂ ਦੇ according। second point is increase in per capita income। ਇੰਡੀਪੈਂਡੈਂਸ ਤੋਂ ਪਹਿਲਾਂ ਜਿਹੜੀ ਪਰ ਕੈਪੀਟਾ ਇਨਕਮ ਦੇ ਵਿੱਚ ਜਿਹੜੀ ਗਰੋਥ ਸੀ ਜਾਂ ਇਨਕਰੀਜ਼ ਸੀ ਉਹ ਨਾ ਦੇ ਬਰਾਬਰ ਸੀ। ਬਟ ਡਿਊਰਿੰਗ ਦਾ ਪੀਰੀਅਡ ਆਫ ਪਲੈਨਿੰਗ ਜਿਹੜੀ ਪਰ ਕੈਪੀਟਾ ਵਿੱਚ ਇਨਕਰੀਜ਼ ਰੇਟ ਸੀਗਾ ਉਹ 3% ਹੋ ਗਿਆ ਸੀ ਪਰ ਐਨੂਅਮ ਐਟ ਕੌਂਸਟੈਂਟ ਪ੍ਰਾਈਸ। 11th ਪਲਾਨ ਦੇ ਵਿੱਚ ਜਿਹੜੀ ਗਰੋਥ ਰੇਟ ਸੀ ਪਰ ਕੈਪੀਟਾ ਇਨਕਮ ਵਿੱਚ ਉਹ 6.5% ਸੀ ਅਤੇ 2018 ਤੇ 19 ਵਿੱਚ ਜਿਹੜੀ ਐਕਸਪੈਕਟਡ ਗਰੋਥ ਰੇਟ ਸੀ ਉਹ 5.6% ਸੀ। increase in capital formation। increase in rate of capital formation ਜਿਹੜਾ ਕੈਪੀਟਲ ਫੋਰਮੇਸ਼ਨ ਆ ਕਿਸੇ ਵੀ ਕੰਟਰੀ ਦੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਬਹੁਤ ਹੀ ਸਿਗਨੀਫਿਕੈਂਟ ਰੋਲ ਪਲੇ ਕਰਦਾ ਆ। 5 year ਪਲਾਨਸ ਦੇ ਦੌਰਾਨ ਜਿਹੜਾ ਰੇਟ ਆਫ ਕੈਪੀਟਲ ਫੋਰਮੇਸ਼ਨ ਸੀ ਉਹ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋਇਆ। ਰੇਟ ਆਫ ਜਿਹੜਾ ਕੈਪੀਟਲ ਫੋਰਮੇਸ਼ਨ ਆ ਉਹ ਰੇਟ ਆਫ ਸੇਵਿੰਗ ਐਂਡ ਇਨਵੈਸਟਮੈਂਟ ਦੇ ਉੱਪਰ ਡਿਪੈਂਡ ਕਰਦਾ ਆ। ਡਿਊਰਿੰਗ ਦਾ ਪੀਰੀਅਡ ਆਫ 5 year ਪਲਾਨ ਰੇਟ ਆਫ ਸੇਵਿੰਗ ਅਤੇ ਇਨਵੈਸਟਮੈਂਟ ਵਿੱਚ ਵੀ ਇਨਕਰੀਜ਼ ਹੋਇਆ। 1950 ਤੇ 51 ਵਿੱਚ ਜਿਹੜਾ ਕੈਪੀਟਲ ਫੋਰਮੇਸ਼ਨ 8.7% ਸੀ ਸਿਰਫ GDP ਦਾ, ਜੋ ਕਿ 2016 ਤੇ 17 ਦੇ ਵਿੱਚ ਇਨਕਰੀਜ਼ ਹੋ ਕੇ 30.6% ਆਫ GDP ਹੋ ਗਿਆ। Next point is institutional reforms in agriculture and green revolution। ਐਗਰੀਕਲਚਰ ਦੇ ਰੈਵੋਲਿਊਸ਼ਨ ਦੇ ਲਈ 2 ਕਾਇੰਡਸ ਨੂੰ ਹੈਜ਼ ਬੀਨ 2 ਤਰ੍ਹਾਂ ਦੇ ਕਾਇੰਡਸੈਪਟ ਨੂੰ ਅਡੋਪਟ ਕੀਤਾ ਗਿਆ। ਫਸਟ ਵਨ ਇਜ਼ ਲੈਂਡ ਰਿਫੋਰਮ ਐਂਡ ਸੈਕਿੰਡ ਇਜ਼ ਟੈਕਨੋਲੋਜੀਕਲ ਡਿਵੈਲਪਮੈਂਟ। ਭਾਵੇਂ ਲੈਂਡ ਰਿਫੋਰਮ ਨੂੰ ਫੁੱਲੀ ਤਰ੍ਹਾਂ ਇੰਪਲੀਮੈਂਟ ਨਹੀਂ ਕੀਤਾ ਗਿਆ ਬਟ ਫਿਰ ਵੀ ਇਸ ਦੇ ਐਗਰੀਕਲਚਰ ਸੈਕਟਰ ਵਿੱਚ ਬਹੁਤ ਸਾਰਾ ਬੈਨੀਫਿਟਸ ਹੋਏ। 1966 ਦੇ ਵਿੱਚ ਟੈਕਨੋਲੋਜੀਕਲ ਡਿਵੈਲਪਮੈਂਟ ਲਈ ਐਗਰੀਕਲਚਰ ਸੈਕਟਰ ਵਿੱਚ ਟੈਕਨੋਲੋਜੀਕਲ ਡਿਵੈਲਪਮੈਂਟ ਲਈ ਬਹੁਤ ਸਾਰਾ ਸਟ੍ਰੈਸ ਦਿੱਤਾ ਗਿਆ, ਜਿਸ ਕਾਰਨ 1966 ਦੇ ਵਿੱਚ ਐਗਰੀਕਲਚਰ ਸੈਕਟਰ ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਆਇਆ ਸੀਗਾ। 5 year ਪਲਾਨਸ ਦੇ ਵਿੱਚ ਐਗਰੀਕਲਚਰ ਸੈਕਟਰ ਵਿੱਚ ਨਿਊ ਕਲਟੀਵੇਸ਼ਨ ਆਫ ਮੈਥਡਸ ਨੂੰ ਅਡੋਪਟ ਕਰਨ ਦੇ ਲਈ ਲਾਈਕ ਵਧੀਆ ਕੁਆਲਿਟੀ ਦੇ ਸੀਡਸ ਹੋ ਗਏ, ਕੈਮੀਕਲ ਫਰਟੀਲਾਈਜ਼ਰਸ ਹੋ ਗਈਆਂ, ਉਹਨਾਂ ਨੂੰ ਅਡੋਪਟ ਕਰਨ ਦੇ ਲਈ ਸਟ੍ਰੈਸ ਦਿੱਤਾ ਜਾਣਾ ਸੀ, ਜਿਸ ਕਾਰਨ ਐਗਰੀਕਲਚਰ ਸੈਕਟਰ ਜਿਹੜੀ ਪ੍ਰੋਡਕਟੀਵਿਟੀ ਸੀ ਉਹ ਵੀ ਵਧੀ। ਨੈਕਸਟ ਇਜ਼ ਡਿਵੈਲਪਮੈਂਟ ਆਫ ਇੰਡਸਟਰੀਜ਼। ਡਿਵੈਲਪਮੈਂਟ ਆਫ ਇੰਡਸਟਰੀਜ਼ ਇੰਡੀਪੈਂਡੈਂਸ ਤੋਂ ਪਹਿਲਾਂ ਜਾਂ ਇੰਡੀਪੈਂਡੈਂਸ ਦੇ ਟਾਈਮ ਜਿਹੜੀ ਇੰਡਸਟਰੀ ਸੈਕਟਰ ਸੀ ਉਹ ਬਹੁਤ ਹੀ ਜ਼ਿਆਦਾ ਬੈਕਵਰਡ ਸੀ। ਬੇਸਿਕ ਅਤੇ ਜਿਹੜੀ ਕੈਪੀਟਲ ਗੁੱਡਸ ਇੰਡਸਟਰੀ ਸੀ ਉਹ ਵੀ ਨਾ ਦੇ ਬਰਾਬਰ ਸੀ ਇੰਡੀਆ ਦੇ ਵਿੱਚ। ਬਟ ਜਦੋਂ ਆਫਟਰ 5 year ਪਲਾਨਸ ਨੂੰ ਅਡੋਪਟ ਕੀਤਾ ਗਿਆ, ਬੇਸਿਕ ਅਤੇ ਜਿਹੜੀ ਕੈਪੀਟਲ ਗੁੱਡਸ ਇੰਡਸਟਰੀ ਸੀ ਲਾਈਕ ਆਇਰਨ ਅਤੇ ਸਟੀਲ, ਮਸ਼ੀਨਰੀਜ਼ ਹੋ ਗਿਆ, ਕੈਪੀਟਲ ਫਰਟੀਲਾਈਜ਼ਰ ਹੋ ਗਿਆ, ਇਹਨਾਂ ਵਿੱਚ ਹੌਲੀ ਹੌਲੀ ਡਿਵੈਲਪਮੈਂਟ ਸਟਾਰਟ ਹੋਣ ਲੱਗੀ। ਪਬਲਿਕ ਸੈਕਟਰ ਹੌਲੀ ਹੌਲੀ ਐਕਸਪੈਂਡ ਹੋਣ ਲੱਗਾ। ਜਿਹੜਾ ਕੰਟਰੀ ਸੀਗੀ ਇੰਡੀਅਨ ਕੰਟਰੀ ਉਹ ਸੈਲਫ ਸਫੀਸ਼ੀਐਂਟ ਬਣ ਗਈ ਕੰਜ਼ਿਊਮਰ ਗੁੱਡਸ ਇੰਡਸਟਰੀਜ਼ ਦੇ ਕੰਜ਼ਿਊਮਰ ਗੁੱਡ ਇੰਡਸਟਰੀ ਦੇ ਵਿੱਚ ਜਿਹੜੀ ਇੰਡਸਟਰੀਅਲ ਪ੍ਰੋਡਕਸ਼ਨ ਕੈਪੈਸਿਟੀ ਸੀ ਉਹ ਵੀ ਇਨਕਰੀਜ਼ ਕਰਨ ਲੱਗੀ। 11th ਪਲਾਨ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਗਰੋਥ ਸੀ ਇੰਡਸਟਰੀਅਲ ਸੈਕਟਰ ਦੀ ਉਹ 7.2% ਸੀ। ਇੰਡੀਪੈਂਡੈਂਸ ਤੋਂ ਪਹਿਲਾਂ ਜਿਹੜਾ ਇਕਨੋਮਿਕ ਇਨਫਰਾਸਟਰਕਚਰ ਸੀ ਉਹਨਾਂ ਦੀ ਵੀ ਪ੍ਰੋਪਰ ਡਿਵੈਲਪਮੈਂਟ ਨਹੀਂ ਹੋਈ ਸੀਗੀ। ਬਟ ਡਿਊਰਿੰਗ ਦਾ 5 year ਪਲਾਨਸ ਜਿਹੜੇ ਇਕਨੋਮਿਕ ਇਨਫਰਾਸਟਰਕਚਰਸ ਹੋ ਗਏ ਲਾਈਕ ਟਰਾਂਸਪੋਰਟ, ਕਮਿਊਨੀਕੇਸ਼ਨ, ਇਰੀਗੇਸ਼ਨ ਫੈਸਿਲਿਟੀਜ਼ ਐਂਡ ਪਾਵਰ ਜਨਰੇਸ਼ਨ ਕੈਪੈਸਿਟੀ, ਇਹਨਾਂ ਸਭ ਦਾ ਵੀ ਡਿਵੈਲਪਮੈਂਟ ਹੋਣੀ ਸਟਾਰਟ ਹੋ ਗਈ। ਜਿਹੜੀ ਪਾਵਰ ਜਨਰੇਸ਼ਨ ਕੈਪੈਸਿਟੀ ਸੀਗੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ। ਰੋਡਸ ਹੋ ਗਿਆ, ਰੇਲਵੇਜ਼ ਹੋ ਗਿਆ, ਸੀ ਪੋਰਟਸ ਹੋ ਗਏ, ਏਅਰਪੋਰਟਸ, ਰੇਲਵੇ, ਏਅਰਲਾਈਨਸ, ਟੈਲੀ ਕਮਿਊਨੀਕੇਸ਼ਨ, ਬੈਂਕਿੰਗ, ਇੰਸ਼ੋਰੈਂਸ ਸੈਕਟਰ, ਇਹਨਾਂ ਸਾਰਿਆਂ ਦੇ ਵਿੱਚ ਵੀ ਇਕਨੋਮਿਕ ਗਰੋਥ ਰੇਟ ਵੱਧ ਗਈ, ਤੇਜ਼ ਹੋ ਗਈ ਇਹਨਾਂ ਵਿੱਚ। ਨੈਕਸਟ ਇਜ਼ ਸੋਸ਼ਲ ਸਰਵਿਸ। ਸੋਸ਼ਲ ਸਰਵਿਸ ਦੇ ਵਿੱਚ ਡਿਊਰਿੰਗ ਦਾ ਪੀਰੀਅਡ ਆਫ ਪਲੈਨਿੰਗ ਸੋਸ਼ਲ ਸਰਵਿਸ ਲਾਈਕ ਐਜੂਕੇਸ਼ਨ, ਹੈਲਥ, ਮੈਡੀਕਲ, ਫੈਮਿਲੀ ਪਲੈਨਿੰਗ ਐਕਸੈਟਰਾ, ਇਹਨਾਂ ਦੇ ਡਿਵੈਲਪਮੈਂਟ 'ਤੇ ਵੀ ਧਿਆਨ ਦਿੱਤਾ ਗਿਆ। ਡੈਥ ਰੇਟ ਜੋ ਕਿ 2016 ਦੇ ਵਿੱਚ ਘੱਟ ਹੋ ਕੇ 6.4 ਪਰ 1000 ਹੋ ਗਈ ਸੀ, ਜੋ ਕਿ 1951 ਦੇ ਵਿੱਚ 40.8% ਸੀ। ਐਵਰੇਜ ਐਕਸਪੈਕਟੈਂਸੀ ਆਫ ਲਾਈਫ 60.9 ਈਅਰ
ਇਨ 2017 ਵਿੱਚ ਹੋ ਗਈ ਸੀ, ਜੋ ਕਿ 33 ਈਅਰ ਸੀ ਇਨ 1951 ਦੇ ਵਿੱਚ। ਮੈਨੀ ਡੇਂਜਰਸ ਡਿਜ਼ੀਜ਼ ਸੀ, ਲਾਈਕ ਉਸ ਟਾਈਮ ਜਿਹੜੀ ਪੋਲੀਓ ਸੀਗਾ ਉਹ ਵੀ ਆਲਮੋਸਟ ਖ਼ਤਮ ਹੋ ਚੁੱਕਾ ਸੀਗਾ, ਕਿਉਂਕਿ ਉਹਦੇ ਇਲਾਜ ਲਈ ਗਵਰਨਮੈਂਟ ਨੇ ਬਹੁਤ ਸਾਰੇ ਨਿਊ ਪੋਲਿਸੀਜ਼, ਨਿਊ ਹੈਲਥ ਫੈਸਿਲਿਟੀਜ਼ ਨੂੰ ਡੈਵਲਪ ਕੀਤਾ। ਐਜੂਕੇਸ਼ਨ ਦੇ ਲਈ ਨੰਬਰ ਆਫ ਸਕੂਲਸ ਨੂੰ ਇਨਕਰੀਜ਼ ਕੀਤਾ ਗਿਆ, ਕਾਲਜ ਹੋ ਗਈਆਂ, ਯੂਨੀਵਰਸਿਟੀਜ਼ ਹੋ ਗਏ, ਪ੍ਰੋਫੈਸਰ, ਇਹਨਾਂ ਸਭ ਦੀ ਅਤੇ ਡਿਵੈਲਪਮੈਂਟ 'ਤੇ ਵੀ ਧਿਆਨ ਦਿੱਤਾ ਗਿਆ। ਹੈਲਥ ਦੇ ਵਿੱਚ ਉਹਨਾਂ ਨੇ ਹੌਸਪੀਟਲ ਬੈਡਸ, ਡਾਕਟਰਸ, ਨਰਸਿਸ ਅਤੇ ਮੈਡੀਕਲ ਫੈਸਿਲਿਟੀਜ਼ ਲਈ ਵੀ ਬਹੁਤ ਜ਼ਿਆਦਾ ਗਵਰਨਮੈਂਟ ਨੇ ਪੈਸਾ ਖਰਚ ਕੀਤਾ। ਨੈਕਸਟ ਇਜ਼ ਇਨਕਰੀਜ਼ ਇਨ ਐਮਪਲੋਇਮੈਂਟ। ਗਵਰਨਮੈਂਟ ਨੇ 5 ਈਅਰ ਪਲਾਨਸ ਦੇ ਵਿੱਚ ਬਹੁਤ ਸਾਰੇ ਮੈਜ਼ਰਸ ਨੂੰ ਅਡੋਪਟ ਕੀਤਾ ਐਮਪਲੋਇਮੈਂਟ ਨੂੰ ਇਨਕਰੀਜ਼ ਕਰਨ ਦੇ ਲਈ। ਗਵਰਨਮੈਂਟ ਨੇ ਬਹੁਤ ਸਾਰੇ ਐਮਪਲੋਇਮੈਂਟ ਜਨਰੇਸ਼ਨ ਸਕੀਮਸ ਅਰਬਨ ਅਤੇ ਰੂਰਲ ਏਰੀਆ ਦੇ ਵਿੱਚ ਅਡੋਪਟ ਕੀਤੇ। ਸਮਾਲ ਅਤੇ ਕਾਟੇਜ ਇੰਡਸਟਰੀਜ਼ ਦੇ ਵਿੱਚ ਨੂੰ ਸੈਟਅਪ ਕਰਨ ਦੇ ਲਈ ਉਹਨਾਂ ਨੂੰ ਘੱਟ ਰੇਟ ਆਫ ਇੰਟਰਸਟ 'ਤੇ ਲੋਨ ਪ੍ਰੋਵਾਈਡ ਕੀਤਾ ਗਿਆ, ਤਾਂ ਕਿ ਲੋਕ ਆਪਣੀ ਇੰਡਸਟਰੀ ਨੂੰ ਸੈਟਅਪ ਕਰ ਸਕਣ, ਤਾਂ ਜੋ ਲੇਬਰ ਜਾਂ ਐਮਪਲੋਇਮੈਂਟ ਨੂੰ ਇਨਕਰੀਜ਼ ਕੀਤਾ ਜਾ ਸਕੇ। ਨੈਕਸਟ ਇਜ਼ ਮੋਡਰਨਾਈਜੇਸ਼ਨ। ਡਿਊਰਿੰਗ 5 ਈਅਰ ਪਲਾਨਸ ਦੇ ਵਿੱਚ ਰਿਸਰਚ ਅਤੇ ਡਿਵੈਲਪਮੈਂਟ ਐਕਟੀਵਿਟੀਜ਼ ਨੂੰ ਪ੍ਰਮੋਟ ਕਰਨ ਦੇ ਲਈ ਮਾਡਰਨ ਟੈਕਨੀਕਸ ਨੂੰ ਯੂਜ਼ ਕਰਨ ਦੇ ਲਈ ਬਹੁਤ ਜ਼ਿਆਦਾ ਸਟ੍ਰੈਸ ਦਿੱਤਾ ਗਿਆ। ਐਗਰੀਕਲਚਰ ਸੈਕਟਰ ਦੇ ਵਿੱਚ ਨਿਊ ਫਰਟੀਲਾਈਜ਼ਰਸ, ਵਧੀਆ ਕਿਸਮ ਦੇ ਸੀਡਸ ਹੋ ਗਿਆ, ਮਾਡਰਨ ਟੈਕਨੀਕਸ ਹੋ ਗਿਆ ਫॉर ਕਲਟੀਵੇਸ਼ਨ, ਉਸ ਨੂੰ ਅਡੋਪਟ ਕਰਨ 'ਤੇ ਜ਼ੋਰ ਦਿੱਤਾ ਗਿਆ। ਇੰਡਸਟਰੀ ਸੈਕਟਰ ਦੇ ਵਿੱਚ ਮਾਡਰਨ ਟੈਕਨੀਕਸ, ਨਿਊ ਕਿਸਮ ਦੀ ਮਸ਼ੀਨਰੀਜ਼ ਹੋ ਗਈਆਂ, ਉਹਨਾਂ ਦੇ ਯੂਟੀਲਾਈਜੇਸ਼ਨ 'ਤੇ ਧਿਆਨ ਦਿੱਤਾ ਗਿਆ, ਤਾਂ ਕਿ ਪ੍ਰੋਡਕਸ਼ਨ ਜਿਹੜੀ ਆ ਪ੍ਰੋਡਕਸ਼ਨ ਨੂੰ ਇਨਕਰੀਜ਼ ਕੀਤਾ ਜਾ ਸਕੇ। ਨੈਕਸਟ ਇਜ਼ ਐਕਸਪੋਰਟ ਪ੍ਰਮੋਸ਼ਨ, ਡਾਇਵਰਸੀਫਿਕੇਸ਼ਨ ਐਂਡ ਇੰਪੋਰਟ ਸਬਸਟੀਟਿਊਸ਼ਨ। ਡਿਊਰਿੰਗ ਪਲੈਨਿੰਗ ਪੀਰੀਅਡਸ ਐਕਸਪੋਰਟ ਵਿੱਚ ਨਾ ਕੇਵਲ ਸਗੋਂ ਵਾਧੇ ਹੋਏ, ਸਗੋਂ ਡਾਇਵਰਸੀਫਿਕੇਸ਼ਨ ਵੀ ਹੋਇਆ। ਦੈਟ ਮੀਨਸ ਕਿ ਪਲੈਨਿੰਗ ਤੋਂ ਪਹਿਲਾਂ ਇੰਡੀਆ ਸਿਰਫ ਪ੍ਰਾਇਮਰੀ ਪ੍ਰੋਡਕਟਸ ਤਾਂ ਐਕਸਪੋਰਟ ਕਰਦੀ ਸੀ, ਬਟ ਆਫਟਰ ਪਲੈਨਿੰਗ ਪ੍ਰਾਇਮਰੀ ਪ੍ਰੋਡਕਟਸ ਤੋਂ ਇਲਾਵਾ ਮੈਨੂਫੈਕਚਰਿੰਗ ਗੁੱਡਸ ਹੋ ਗਏ, ਇੰਜੀਨੀਅਰਿੰਗ ਗੁੱਡਸ, ਜਵੈਲਰੀ, ਇਨਫੋਰਮੇਸ਼ਨ ਟੈਕਨੋਲੋਜੀ ਸਰਵਿਸ, ਇਹਨਾਂ ਨੂੰ ਵੀ ਐਕਸਪੋਰਟ ਕਰਨਾ ਸਟਾਰਟ ਕਰ ਦਿੱਤਾ ਇੰਡੀਆ ਨੇ। ਅਤੇ ਇੰਡੀਆ ਨੇ ਇੰਪੋਰਟ ਸਬਸਟੀਟਿਊਸ਼ਨ, ਲਾਈਕ ਜਿਹੜੀ ਗੁੱਡਸ ਨੂੰ ਉਹ ਬਾਹਰੋਂ ਇੰਪੋਰਟ ਕਰਦਾ ਸੀ, ਉਸ ਨੂੰ ਇੰਡੀਆ ਦੇ ਵਿੱਚ ਹੀ ਪ੍ਰੋਡਿਊਸ ਕਰਨਾ ਸਟਾਰਟ ਕਰ ਦਿੱਤਾ। ਲਾਰਜ ਸਕੇਲ ਇੰਪੋਰਟ ਸਬਸਟੀਟਿਊਟਸ ਲਾਈਕ ਆਇਰਨ, ਸਟੀਲ, ਮਸ਼ੀਨਰੀ ਐਂਡ ਫਰਟੀਲਾਈਜ਼ਰ ਨੂੰ ਦੀਆਂ ਜਿਹੜੀਆਂ ਇੰਡਸਟਰੀ ਸੀ ਉਹਨਾਂ ਨੂੰ ਇੰਡੀਆ ਦੇ ਵਿੱਚ ਸੈਟਅਪ ਕੀਤਾ ਗਿਆ। ਨੈਕਸਟ ਇਜ਼ ਡਿਵੈਲਪਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ। ਡਿਊਰਿੰਗ ਪਲੈਨਿੰਗ ਪੀਰੀਅਡ ਸਾਇੰਸ ਅਤੇ ਟੈਕਨੋਲੋਜੀ ਦੇ ਵਿੱਚ ਵੀ ਬਹੁਤ ਜ਼ਿਆਦਾ ਸਿਗਨੀਫਿਕੈਂਟ ਗਰੋਥ ਹੋਈ। in the field of information and technology significant progress has been made. Today ਜਿਹੜੀ ਇੰਡੀਆ ਕੰਟਰੋਲ ਮੋਰ ਦੈਨ ਹਾਫ ਆਫ ਦੀ ਗਲੋਬਲ ਮਾਰਕੀਟ ਇਨ IT ਸਰਵਿਸ। ਇੰਡੀਆ ਜਿਹੜੀ ਆ ਗਲੋਬਲ ਮਾਰਕੀਟ ਜਿਹੜੀ IT ਸਰਵਿਸ ਆ ਗਲੋਬਲ ਮਾਰਕੀਟ ਦੀ, ਉਹਨੂੰ ਹਾਫ ਨੂੰ ਇੰਡੀਆ ਕੰਟਰੋਲ ਕਰਦੀ ਹੈ। ਨੈਕਸਟ ਇਜ਼ ਸਟਰਕਚਰਲ ਐਂਡ ਇੰਸਟੀਟਿਊਸ਼ਨਲ ਚੇਂਜਸ। ਪਲੈਨਿੰਗ ਪੀਰੀਅਡ ਦੇ ਵਿੱਚ ਗਵਰਨਮੈਂਟ ਨੇ ਬਹੁਤ ਸਾਰੇ ਸਟਰਕਚਰਲ ਅਤੇ ਇੰਸਟੀਟਿਊਸ਼ਨਲ ਪੋਜ਼ੀਟਿਵ ਚੇਂਜਸ ਕੀਤੇ। ਲਾਈਕ ਉਹ ਗਵਰਨਮੈਂਟ ਨੇ ਬਹੁਤ ਸਾਰੀਆਂ ਪੋਲਿਸੀਜ਼ ਨੂੰ ਅਡੋਪਟ ਕੀਤਾ, ਲਾਈਕ ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ ਐਂਡ ਪ੍ਰਾਈਵੇਟਾਈਜੇਸ਼ਨ। ਇਹਨਾਂ ਦਾ ਜਿਹੜਾ ਦੇਸ਼ ਦੀ ਇਕੋਨਮੀ ਦੇ ਇੰਸਟੀਟਿਊਸ਼ਨਲ ਅਤੇ ਸਟਰਕਚਰਲ ਚੇਂਜਸ 'ਤੇ ਬਹੁਤ ਜ਼ਿਆਦਾ ਪੋਜ਼ੀਟਿਵ ਇਫੈਕਟ ਪਿਆ। ਨੈਕਸਟ ਇਜ਼ ਲੈਸ ਸਾਈਕਲੀਕਲ ਫਲਕਚੁਏਸ਼ਨ। ਇਕਨੋਮਿਕ ਪਲੈਨਿੰਗ ਤੋਂ ਪਹਿਲਾਂ ਜਿਹੜੀ ਦੇਸ਼ ਦੀ ਇਕਨੋਮਿਕ ਗਰੋਥ ਵਿੱਚ ਜਿਹੜੀ ਫਲਕਚੁਏਸ਼ਨ ਬਹੁਤ ਜ਼ਿਆਦਾ ਹੁੰਦੀ ਸੀਗੀ, ਬਟ ਆਫਟਰ ਇਕਨੋਮਿਕ ਪਲੈਨਿੰਗ ਜਿਹੜੀ ਇਕਨੋਮਿਕ ਫਲਕਚੁਏਸ਼ਨ ਸੀ ਇਨ ਦਾ ਇਕੋਨਮੀ ਦੇ ਵਿੱਚ, ਉਹ ਬਹੁਤ ਜ਼ਿਆਦਾ ਘੱਟ ਗਈ ਸੀ। ਇਕਨੋਮਿਕ ਫਲਕਚੁਏਸ਼ਨ ਲਾਈਕ ਬੂਮ, ਡਿਪਰੈਸ਼ਨ, ਅਨਐਮਪਲੋਇਮੈਂਟ, ਓਵਰ ਪ੍ਰੋਡਕਸ਼ਨ। ਇਕਨੋਮਿਕ ਪਲੈਨਿੰਗ ਦੇ ਵਿੱਚ ਇਸ ਤਰ੍ਹਾਂ ਦੇ ਇੰਸਟਰੂਮੈਂਟ ਜਾਂ ਪੋਲਿਸੀਜ਼ ਨੂੰ ਅਪਣਾਇਆ ਜਾਂਦਾ ਸੀ, ਤਾਂ ਕਿ ਜਿਹੜੀ ਇਕੋਨਮੀ ਨੂੰ ਇਹਨਾਂ ਸਾਰੇ ਟ੍ਰੇਡ ਸਾਈਕਲਸ ਦੇ ਵਿੱਚ ਦਾ ਫੇਸਿਸ ਨਾ ਕਰਨਾ ਪਵੇ, ਇਕੋਨਮੀ ਦੇ ਵਿੱਚ ਸਟੇਬਿਲਿਟੀ ਰਹੇ। ਨੈਕਸਟ ਇਜ਼ ਪ੍ਰੋਡਕਸ਼ਨ ਅਕੋਰਡਿੰਗ ਟੂ ਨੀਡਸ। ਇਕਨੋਮਿਕ ਪਲੈਨਿੰਗ ਦੇ ਵਿੱਚ ਜਿਹੜੀ ਇੱਕ ਪਲੈਨਿੰਗ ਅਥੋਰਿਟੀ ਹੁੰਦੀ ਸੀ, ਉਹ ਪਲੈਨਸ ਨੂੰ ਫਾਰਮੂਲੇਟ ਕਰਦੀ ਸੀ, ਜੋ ਕਿ ਕੋਆਰਡੀਨੇਟ ਕਰਦੇ ਸੀ ਨੈਚੁਰਲ, ਹਿਊਮਨ ਅਤੇ ਫਿਜ਼ੀਕਲ ਰਿਸੋਰਸਿਸ ਨੂੰ, ਇਸ ਮੈਨਰ ਦੇ ਵਿੱਚ ਕਿ ਜਿਹੜੇ ਰਿਸੋਰਸਿਸ ਦਾ ਪ੍ਰੋਪਰ ਯੂਟੀਲਾਈਜੇਸ਼ਨ ਹੋ ਸਕੇ, ਅਤੇ ਜਿਹੜਾ ਪ੍ਰੋਡਕਸ਼ਨ ਆ ਉਹ ਇੱਕ ਇਕੋਨਮੀ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਕੀਤਾ ਜਾ ਸਕੇ। ਨੈਕਸਟ ਇਜ਼ ਬੈਲੈਂਸਡ ਇਕਨੋਮਿਕ ਗਰੋਥ। ਜਿਹੜਾ
ਪ੍ਰਾਇਰ ਟੂ ਪਲੈਨਿੰਗ ਪੀਰੀਅਡ ਤੋਂ ਪਹਿਲਾਂ ਤਾਂ ਜਿਹੜਾ ਇਕਨੋਮਿਕ ਗਰੋਥ ਹੁੰਦੀ ਸੀ, ਦੇਸ਼ ਦੀ ਜਿਹੜੀ ਇਕਨੋਮਿਕ ਗਰੋਥ ਸੀ ਉਹ ਬੈਲੈਂਸ ਨਹੀਂ ਸੀ। ਬਟ ਜਦੋਂ 5 ਈਅਰਸ ਪਲੈਨਸ ਨੂੰ ਅਡੋਪਟ ਕੀਤਾ ਗਿਆ ਅਤੇ ਜਿਹੜੀ ਪਲੈਨਿੰਗ ਅਥੋਰਿਟੀ ਇਸ ਤਰ੍ਹਾਂ ਦੀ ਪੋਲਿਸੀਜ਼ ਨੂੰ ਅਡੋਪਟ ਕਰਦੀ ਸੀ ਜਿਸ ਨਾਲ ਕਿ ਜਿਹੜਾ ਇਕਨੋਮਿਕ ਗਰੋਥ ਸੀ ਦੇਸ਼ ਦਾ ਉਹ ਬੈਲੈਂਸਡ ਹੋ ਸਕੇ, ਤਾਂ ਕਿ ਲਾਈਕ ਹਰ ਇਕੋਨਮੀ ਦੇ ਹਰ ਇੱਕ ਸੈਕਟਰ, ਐਗਰੀਕਲਚਰ ਹੋ ਗਿਆ, ਇੰਡਸਟਰੀਜ਼ ਹੋ ਗਈਆਂ ਐਂਡ ਸਰਵਿਸ ਸੈਕਟਰ ਹੋ ਗਿਆ, ਤਾਂ ਕਿ ਪਾਵਰਟੀ ਨੂੰ ਘੱਟ ਕੀਤਾ ਜਾ ਸਕੇ, ਡਿਮਾਂਡ ਫॉर ਗੁੱਡਸ ਨੂੰ ਇਨਕਰੀਜ਼ ਕੀਤਾ ਜਾ ਕੇ ਹਰ ਇੱਕ ਸੈਕਟਰ ਦੇ ਵਿੱਚ ਬੈਲੈਂਸਡ ਗਰੋਥ ਹੋ ਸਕੇ। ਨੈਕਸਟ ਇਜ਼ right use and conservation of natural resources. Right use and conservation of natural resources during planning period ਗਵਰਨਮੈਂਟ ਇਹ ਇਨਸ਼ੋਰ ਕਰਦੀ ਸੀ ਕਿ ਜਿਹੜੇ ਨੈਚੁਰਲ ਰਿਸੋਰਸ ਸੀਗਾ ਉਹਨਾਂ ਦਾ ਪ੍ਰੋਪਰ ਯੂਟੀਲਾਈਜ਼ ਕੀਤਾ ਜਾ ਸਕੇ, ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਯੂਟੀਲਾਈਜ਼ ਕਰ ਸਕੀਏ ਤਾਂ ਕਿ ਉਹਦਾ ਇਕਨੋਮਿਕ ਡਿਵੈਲਪਮੈਂਟ 'ਤੇ ਪੋਜ਼ੀਟਿਵ ਇਫੈਕਟ ਪਵੇ। ਐਂਡ ਇਹ ਵੀ ਧਿਆਨ ਵਿੱਚ ਰੱਖਦੀ ਸੀ ਗਵਰਨਮੈਂਟ ਕਿ ਜਿਹੜਾ ਉਹਦਾ ਬੈਨੀਫਿਟ ਆ ਉਹਦੀ ਇੰਟਾਇਰ ਸੁਸਾਇਟੀ ਨੂੰ ਹੋਵੇ, ਨਾ ਕਿ ਨੋਟ ਏ ਪਰਟੀਕੂਲਰ ਕਲਾਸ ਨੂੰ, ਸਿਰਫ ਇੱਕ ਕਲਾਸ ਦੀ ਜਗ੍ਹਾ ਸਾਰੀ ਇੰਟਾਇਰ ਸੁਸਾਇਟੀ ਨੂੰ ਉਸਦਾ ਬੈਨੀਫਿਟਸ ਹੋਣਾ ਚਾਹੀਦਾ। ਨੈਕਸਟ ਇਜ਼ ਡਿਊਲਿਸਟਿਕ ਨੇਚਰ ਆਫ ਇੰਡੀਅਨ ਇਕੋਨਮੀ। ਡਿਊਲਿਸਟਿਕ ਨੇਚਰ ਆਫ ਇਕੋਨਮੀ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੋ ਡਿਫਰੈਂਟ ਟਾਈਪਸ ਦੀਆਂ ਇਕਨੋਮਿਕ ਕੰਡੀਸ਼ਨਸ ਲਾਈਕ ਟੈਕਨੋਲੋਜੀ ਲੈਵਲ ਐਂਡ ਸੋਸ਼ਲ ਸੈਕਸ਼ਨ, ਦੋ ਡਿਫਰੈਂਟ ਕਿਸਮ ਦੀਆਂ ਇਕਨੋਮਿਕ ਕੰਡੀਸ਼ਨਸ ਪ੍ਰੈਜ਼ੈਂਸ ਹੁੰਦੀਆਂ ਆ। ਸੋ ਇੰਡੀਆ ਦੇ ਵਿੱਚ ਦੋ ਤਰ੍ਹਾਂ ਦਾ ਡਿਊਲਿਜ਼ਮ ਪਾਇਆ ਜਾਂਦਾ। ਫਸਟ ਵਨ ਇਜ਼ ਇੰਡੀਆ ਦੇ ਵਿੱਚ 3 ਤਰ੍ਹਾਂ ਦਾ ਡਿਊਲਿਜ਼ਮ ਪਾਇਆ ਜਾਂਦਾ। ਫਸਟ ਵਨ ਇਜ਼ ਇਕਨੋਮਿਕ ਡਿਊਲਿਜ਼ਮ। In this type of dualism ਜਿਹੜਾ ਇੰਡੀਅਨ ਇਕੋਨਮੀ ਇਜ਼ ਡਿਵਾਈਡਡ ਇੰਟੂ 2 ਸੈਕਟਰ। ਇਕਨੋਮਿਕ ਡਿਊਲਿਜ਼ਮ ਦੇ ਵਿੱਚ ਇੰਡੀਅਨ ਇਕੋਨਮੀ ਨੂੰ 2 ਸੈਕਟਰ ਦੇ ਵਿੱਚ ਡਿਵਾਈਡ ਕਰਦੇ ਹਾਂ। ਇੱਕ ਸੈਕਟਰ ਹੁੰਦਾ ਆ ਇਕੋਨਮੀ ਦਾ ਜਿਹੜਾ ਕਿ ਸਬਸਿਸਟੈਂਸ ਸੈਕਟਰ ਹੁੰਦਾ ਆ। ਇਸ ਸੈਕਟਰ ਦੇ ਵਿੱਚ ਜਿਹੜੇ ਪੀਪਲ ਹੁੰਦੇ ਆ ਉਹ ਵਰਕ ਕਰਦੇ ਆ ਫॉर देयर ਲਾਈਵਲੀਹੁੱਡ, ਮਤਲਬ ਕਿ ਆਪਣੀ ਡੇਲੀ ਰੂਟੀਨ ਦੀ ਲਾਈਫ ਦੇ ਵਿੱਚ ਜਿਹੜੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਕੰਮ ਕਰਦੇ ਆ। ਇਹਦੇ ਵਿੱਚ ਇਨਕਲੂਡ ਹੁੰਦਾ ਹੈ ਐਗਰੀਕਲਚਰ ਸੈਕਟਰ ਹੋ ਗਿਆ, ਸਮੋਲ ਬਿਜ਼ਨਸ ਹੋ ਗਿਆ, ਵਿਲੇਜ ਇੰਡਸਟਰੀਜ਼ ਹੋ ਗਈਆਂ। ਇਸ ਸੈਕਟਰ ਦੇ ਵਿੱਚ ਜਿਹੜੇ ਲੋਕ ਕੰਮ ਕਰਨ ਵਾਲੇ ਹੁੰਦੇ ਉਹ ਜ਼ਿਆਦਾਤਰ ਪੂਅਰ ਹੁੰਦੇ, ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਵੀ ਬਹੁਤ ਲੋ ਹੁੰਦਾ ਆ। ਸੈਕਿੰਡ ਸੈਕਟਰ ਹੁੰਦਾ ਆ ਹਾਈਲੀ ਡਿਵੈਲਪ ਸੈਕਟਰ ਹੁੰਦਾ। ਇੱਕ ਹੁੰਦਾ ਸਬਸਿਸਟੈਂਟ ਸੈਕਟਰ, ਸੈਕਿੰਡ ਸੈਕਟਰ ਇਜ਼ ਅਦਰ ਸੈਕਟਰ ਇਜ਼ ਹਾਈਲੀ ਡਿਵੈਲਪ ਸੈਕਟਰ। ਇਸ ਸੈਕਟਰ ਵਿੱਚ ਹੁੰਦਾ ਲਾਰਜ ਬਿਜ਼ਨਸ ਹੋ ਗਿਆ, ਮਾਡਰਨ ਐਂਟਰਪ੍ਰਾਈਜ਼ਸ ਹੋ ਗਏ, ਹੈਵੀ ਇੰਡਸਟਰੀਜ਼ ਹੋ ਗਈਆਂ। ਇਸ ਸੈਕਟਰ ਵਿੱਚ ਜਿਹੜੇ ਕੰਮ ਕਰਦੇ ਆ ਪੀਪਲ ਉਹਨਾਂ ਦਾ ਉਹ ਰਿਚ ਹੁੰਦੇ ਆ ਅਤੇ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਵੀ ਹਾਈ ਹੁੰਦਾ ਹੈ ਅਤੇ ਉਹਨਾਂ ਦੀ ਸੈਲਰੀਜ਼ ਵੀ ਜ਼ਿਆਦਾ ਹੁੰਦੀਆਂ। ਨੈਕਸਟ ਇਜ਼ ਟੈਕਨੋਲੋਜੀਕਲ ਡਿਊਲਿਜ਼ਮ। ਟੈਕਨੋਲੋਜੀਕਲ ਡਿਊਲਿਜ਼ਮ ਵਿੱਚ ਇੱਕ ਸੈਕਟਰ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਕਿ ਆਊਟਡੇਟਡ ਅਤੇ ਟ੍ਰੈਡੀਸ਼ਨਲ ਟੈਕਨੋਲੋਜੀ ਨੂੰ ਯੂਜ਼ ਕਰਦਾ ਫॉर ਪ੍ਰੋਡਕਸ਼ਨ ਦੇ ਲਈ। ਔਨ ਦਾ ਅਦਰ ਹੈਂਡ ਇੱਕ ਸੈਕਟਰ ਇਸ ਤਰ੍ਹਾਂ ਦਾ ਹੁੰਦਾ ਇਕੋਨਮੀ ਦੇ ਵਿੱਚ ਜਿਹੜਾ ਨਿਊ ਇਨੋਵੇਸ਼ਨਸ ਐਂਡ ਨਿਊ ਮਾਡਰਨ ਮੈਥਡਸ ਆਫ ਪ੍ਰੋਡਕਸ਼ਨ ਨੂੰ ਅਡੋਪਟ ਕਰਦਾ ਹੈ ਅਤੇ ਉਹਨਾਂ ਦਾ ਜਿਹੜਾ ਪ੍ਰੋਡਕਸ਼ਨਸ ਹੁੰਦਾ ਹੈ ਜ਼ਿਆਦਾ ਹੁੰਦਾ ਹੈ। ਨੈਕਸਟ ਇਜ਼ ਸੋਸ਼ੋਲੋਜੀਕਲ ਡਿਊਲਿਜ਼ਮ। ਇੰਡੀਆ ਦੇ ਵਿੱਚ ਇੱਕ ਸੈਕਟਰ ਇੱਦਾਂ ਹੁੰਦਾ ਹੈ, ਵਨ ਸੈਕਸ਼ਨ ਆਫ ਸੁਸਾਇਟੀ ਜਿਹੜਾ ਕਿ ਹਾਈਲੀ ਟ੍ਰਡੀਸ਼ਨਲ ਹੁੰਦਾ ਆ। ਉਹ ਉਹਨਾਂ ਦਾ ਮਤਲਬ ਕਿ ਕਸਟਮ ਦੇ ਵਿੱਚ ਬਹੁਤ ਜ਼ਿਆਦਾ ਫੇਥ ਹੁੰਦਾ ਆ, ਟ੍ਰਡੀਸ਼ਨਸ ਹੋ ਗਿਆ, ਸੁਪਰਸਟੀਸ਼ਨਸ ਦੇ ਵਿੱਚ ਬਹੁਤ ਜ਼ਿਆਦਾ ਫੇਥ ਹੁੰਦਾ ਆ। ਔਨ ਦਾ ਅਦਰ ਹੈਂਡ ਜਿਹੜੇ ਦੂਸਰਾ ਸੈਕਸ਼ਨ ਹੁੰਦਾ ਉਹ ਬਹੁਤ ਹੀ ਜ਼ਿਆਦਾ ਹਾਈਲੀ ਐਜੂਕੇਟਡ ਹੁੰਦਾ, ਅੰਬੀਸ਼ੀਅਸ ਹੁੰਦਾ ਆ ਐਂਡ ਮੋਬਾਈਲ ਹੁੰਦਾ ਆ। ਜਿਹੜੇ ਇਸ ਸੈਕਸ਼ਨ ਦੇ ਵਿੱਚ ਪਰਸਨ ਹੁੰਦੇ ਆ ਉਹ ਕਾਸਟ ਸਿਸਟਮ ਦੇ ਆਊਟਡੇਟਡ ਜਿਹੜੇ ਟ੍ਰਡੀਸ਼ਨਸ ਆ ਉਹਨਾਂ ਨੂੰ ਜ਼ਿਆਦਾ ਇੰਨਾ ਕਸਟਮ ਅਤੇ ਰਿਚੁਅਲਸ ਨੂੰ ਫੋਲੋ ਨਹੀਂ ਕਰਦੇ। ਦੈਟ ਮੀਨਸ ਇਕਨੋਮਿਕ ਡਿਊਲਿਜ਼ਮ ਉਹ ਹੁੰਦਾ ਜਿਸ ਵਿੱਚ ਦੋ ਤਰ੍ਹਾਂ ਦੀ ਇਕੋਨਮੀ ਹੁੰਦੀ। ਇੱਕ ਇਕੋਨਮੀ ਹੁੰਦੀ ਆ ਜਿਸ ਵਿੱਚ ਜਿਹੜੇ ਪਰਸਨ ਆ ਉਹ ਸਿਰਫ ਆਪਣੇ ਲਾਈਵਲੀਹੁੱਡ ਦੇ ਲਈ ਕੰਮ ਕਰਦੇ ਆ। ਇੱਕ ਸੈਕਸ਼ਨ ਹੁੰਦਾ ਆ ਜਿਹੜਾ ਕਿ ਜਿਸ ਦੇ ਵਿੱਚ ਜਿਸ ਵਿੱਚ ਜਿਹੜੇ ਮਾਡਰਨ ਟੈਕਨੀਕਸ ਅਤੇ ਮਾਡਰਨ ਐਂਟਰਪ੍ਰਾਈਜ਼ਸ ਹੁੰਦੇ ਆ ਉਸ ਵਿੱਚ ਕੰਮ ਕਰਨ ਵਾਲੇ ਲੋਕ ਰਿਚ ਹੁੰਦੇ ਆ ਅਤੇ ਸਟੈਂਡਰਡ ਆਫ ਲਿਵਿੰਗ ਹਾਈ ਹੁੰਦਾ। ਟੈਕਨੋਲੋਜੀਕਲ ਡਿਊਲਿਜ਼ਮ ਵਿੱਚ ਦੋ ਤਰ੍ਹਾਂ ਦੇ ਸੈਕਟਰ ਹੁੰਦੇ। ਫਸਟ ਸੈਕਟਰ ਜਿਹੜਾ ਟ੍ਰੈਡੀਸ਼ਨਲ ਟੈਕਨੋਲੋਜੀ ਨੂੰ ਅਡੋਪਟ ਕਰਦਾ, ਸੈਕਿੰਡ ਸੈਕਟਰ ਜਿਹੜਾ ਮਾਡਰਨ ਟੈਕਨੀਕਸ ਨੂੰ ਅਡੋਪਟ ਕਰਦਾ। ਐਂਡ ਸੋਸ਼ੋਲੋਜੀਕਲ ਡਿਊਲਿਜ਼ਮ ਕਿ ਦੋ ਸੈਕਟਰ ਹੈ ਸੈਕਸ਼ਨ ਪਾਪੂਲੇਸ਼ਨ ਦੇ। ਇੱਕ ਪਾਪੂਲੇਸ਼ਨ ਜਿਹੜੀ ਸੁਸਾਇਟੀ ਆ ਉਹ ਪੁਰਾਣੇ ਟ੍ਰਡੀਸ਼ਨ ਦੇ ਵਿੱਚ ਦੇ ਅਕੋਰਡਿੰਗ ਚੱਲਦੀ ਹੈ ਅਤੇ ਜਿਹੜੀ ਇੱਕ ਸੈਕਟਰ ਆ ਜਿਹੜੇ ਕਿ ਬਹੁਤ ਹੀ ਜ਼ਿਆਦਾ ਹਾਈਲੀ ਐਜੂਕੇਟਡ ਆ, ਕਾਸਟ ਟ੍ਰਡੀਸ਼ਨਸ ਵਗੈਰਾ ਹੋ ਗਈਆਂ ਪੁਰਾਣੀਆਂ, ਕਸਟਮਸ ਹੋ ਗਏ, ਰਿਚੁਅਲਸ ਉਹਨਾਂ ਨੂੰ ਬਿਲੀਵ ਨਹੀਂ ਕਰਦੇ। ਨੈਕਸਟ ਇਜ਼ ਸੈਕਟਰਲ ਡਿਸਟਰੀਬਿਊਸ਼ਨ ਆਫ ਇੰਡੀਅਨ ਇਕੋਨਮੀ।
ਸੈਕਟਰਲ ਡਿਸਟ੍ਰੀਬਿਊਸ਼ਨ ਆਫ ਇੰਡੀਅਨ ਇਕੋਨਮੀ ਨੂੰ 3 ਸੈਕਟਰਸ ਦੇ ਵਿੱਚ ਡਿਵਾਈਡ ਕੀਤਾ ਗਿਆ, ਪ੍ਰਾਇਮਰੀ ਸੈਕਟਰ, ਸੈਕੰਡਰੀ ਸੈਕਟਰ ਐਂਡ ਟਰਸ਼ਰੀ ਸੈਕਟਰ। ਪ੍ਰਾਇਮਰੀ ਸੈਕਟਰ ਇਨਕਲੂਡਸ ਐਗਰੀਕਲਚਰ, ਫੋਰੈਸਟਰੀ, ਡਾਇਰੀ ਐਂਡ ਸ਼ੇਅਰਿੰਗ ਐਕਸੈਟਰਾ। ਐਂਡ ਸੈਕੰਡਰੀ ਸੈਕਟਰ ਵਿੱਚ ਹੋ ਗਿਆ ਮੈਨੂਫੈਕਚਰਿੰਗ ਸੈਕਟਰਸ, ਕੰਸਟਰਕਸ਼ਨਸ ਹੋ ਗਏ, ਪਾਵਰ ਜਨਰੇਸ਼ਨਸ। ਐਂਡ ਟਰਸ਼ਰੀ ਐਂਡ ਸਰਵਿਸ ਸੈਕਟਰ ਇਨਕਲੂਡਸ ਬੈਂਕਿੰਗ, ਇੰਸ਼ੋਰੈਂਸ, ਟੈਲੀ ਕਮਿਊਨੀਕੇਸ਼ਨ, ਇਨਫੋਰਮੇਸ਼ਨ ਟੈਕਨੋਲੋਜੀ ਐਂਡ ਵੇਅਰ ਹਾਊਸਿੰਗ, ਟ੍ਰੇਡਿੰਗ ਐਕਸੈਟਰਾ। ਜਿਹੜੀਆਂ ਡਿਵੈਲਪ ਕੰਟਰੀਜ਼ ਸੀਗੀਆਂ ਉਹਨਾਂ ਦੇ ਵਿੱਚ ਜਿਹੜਾ ਟਰਸ਼ਰੀ ਸੈਕਟਰ ਸੀਗਾ ਉਹਨਾਂ ਦਾ ਜਿਹੜਾ ਸ਼ੇਅਰ ਸੀ ਨੈਸ਼ਨਲ ਇਨਕਮ ਦੇ ਵਿੱਚ ਅਰਾਊਂਡ 65% ਸੀ। ਸੈਕੰਡਰੀ ਸੈਕਟਰ ਦਾ 30% ਸੀ ਐਂਡ ਪ੍ਰਾਇਮਰੀ ਸੈਕਟਰ ਦਾ ਜਸਟ 5% ਸ਼ੇਅਰ ਸੀ। ਇੰਡੀਪੈਂਡੈਂਸ ਦੇ ਟਾਈਮ ਜਿਹੜਾ ਇੰਡੀਆ ਦਾ ਜਿਹੜਾ ਪ੍ਰਾਇਮਰੀ ਸੈਕਟਰ ਦਾ ਕੰਟਰੀਬਿਊਸ਼ਨ ਸੀਗਾ 1950 ਤੇ 51 ਦੇ ਵਿੱਚ ਉਹ 61 ਦੇ ਅਰਾਊਂਡ 61% ਆਫ ਨੈਸ਼ਨਲ ਇਨਕਮ। ਬਟ ਆਫਟਰ ਇੰਡੀਪੈਂਡੈਂਸ ਜਦੋਂ ਇਕਨੋਮਿਕ 5 ਈਅਰ ਪਲਾਨਸ ਨੂੰ ਅਡੋਪਟ ਕੀਤਾ ਗਿਆ ਸੈਕਟਰਲ ਕੰਟਰੀਬਿਊਸ਼ਨ ਚੇਂਜ ਹੋ ਗਿਆ। ਟਰਸ਼ਰੀ ਸੈਕਟਰ ਦਾ 2018 ਤੇ 19 ਦੇ ਵਿੱਚ ਜਿਹੜਾ ਟਰਸ਼ਰੀ ਸੈਕਟਰ ਆ ਉਹਦਾ ਨੈਸ਼ਨਲ ਇਨਕਮ ਵਿੱਚ ਕੰਟਰੀਬਿਊਸ਼ਨ ਹੁਣ ਹੈਗਾ 54.2% ਐਂਡ ਸੈਕੰਡਰੀ ਸੈਕਟਰ ਦਾ 29.8% ਹੋ ਗਿਆ, ਜਦਕਿ ਜਿਹੜਾ ਪ੍ਰਾਇਮਰੀ ਸੈਕਟਰ ਦਾ ਸ਼ੇਅਰ ਸੀ ਪਹਿਲਾਂ ਜੋ ਕਿ ਇੰਡੀਪੈਂਡੈਂਸ ਦੇ ਟਾਈਮ ਬਹੁਤ ਜ਼ਿਆਦਾ ਸੀ ਉਹ ਹੁਣ ਘੱਟ ਹੋ ਕੇ ਸਿਰਫ 16% ਹੋ ਗਿਆ। and it is a favorable change in sectoral distribution of national income. that means ਕਿ ਹੁਣ ਜਿਹੜੀ ਇੰਡੀਆ ਦੀ ਇਕਨੋਮਿਕ ਗਰੋਥ ਰੇਟ ਆ ਉਹ ਇਨਕਰੀਜ਼ ਕਰ ਰਹੀ ਆ। and now the growth rate of our economy is led by tertiary sector.